ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 212। ਆਸਟਲਿਟਜ਼ ਦੇ ਯੁੱਧ ਵਿੱਚ ਉਸਨੇ ਆਸਟਰੀਆ, ਜੇਨਾ ਦੇ ਸਥਾਨ ਤੇ ਪਰਸ਼ਾ ਤੇ ਫਰੀਡਲੈਂਡ ਦੇ ਅਸਥਾਨ ਉੱਪਰ ਉਸਨੇ ਰੂਸ ਤੇ ਜਿੱਤ ਪ੍ਰਾਪਤ ਕੀਤੀ। ਜ਼ਾਰ ਅਲੈਗਜ਼ੈਂਡਰ ਤੇ ਬੋਨਾਪਾਰਟ ਵਿਚਕਾਰ ਤਿਲਸਿਤ ਦੇ ਅਸਥਾਨ ਤੇ ਇਸ ਸਹਿਮਤੀ ਨਾਲ ਸੰਧੀ ਹੋਈ, ਜਿਸ ਵਿੱਚ ਇਹ ਸਪਸ਼ਟ ਸੀ ਕਿ ਜੇ ਇੰਗਲੈਂਡ ਫਰਾਂਸ ਦੀ ਵਿਰੋਧਤਾ ਕਰਦਾ ਰਿਹਾ ਤਾਂ ਰੂਸ ਫਰਾਂਸ ਦੀ ਸਹਾਇਤਾ ਕਰੇਗਾ। ਬਰਤਾਨੀਆ ਨੂੰ ਸਮੁੰਦਰੀ ਮਾਰਗ ਤੇ ਕੋਈ ਵੰਗਾਰ ਨਹੀਂ ਸਕਦਾ ਸੀ, ਪਰੰਤੂ ਫਰਾਂਸ, ਅਫਗਾਨਿਸਤਾਨ, ਸਿੰਧ ਤੇ ਪੰਜਾਬ ਰਾਹੀਂ ਭਾਰਤ ਦਾ ਰਾਹ ਤਾਂ ਫਰਾਂਸੀਸੀ ਤੇ ਰੂਸੀ ਸੈਨਾਵਾਂ ਲਈ ਖੁੱਲ੍ਹਾ ਸੀ। ਅੰਗਰੇਜ਼ਾਂ ਨੂੰ ਆਪਣੀ ਨੀਤੀ ਦੀ ਸਮੀਖਿਆ ਕਰਨੀ ਪਈ। ਲਾਰਡ ਮਿੰਟੋ, ਜਿਸ ਨੇ ਜੂਨ 1807 ਵਿੱਚ ਗਵਰਨਰ ਜਨਰਲ ਵਜੋਂ ਕਾਰਜਭਾਗ ਸੰਭਾਲਿਆ ਸੀ, ਉਸ ਨੂੰ ਇਸ ਖਤਰੇ ਵਿਰੁੱਧ ਤਿਆਰ ਹੋਣ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਸਨ। ਅੰਗਰੇਜ਼ੀ ਸੈਨਾਵਾਂ ਕਰਨਾਲ ਤੱਕ ਭੇਜ ਦਿੱਤੀਆਂ ਗਈਆਂ ਸਨ ਤੇ ਉੱਤਰ ਵੱਲੋਂ ਦਿੱਲੀ ਦੀ ਰੱਖਿਆ ਕਰਨ ਲਈ ਉੱਥੇ ਸੈਨਿਕ ਚੌਕੀ ਕਾਇਮ ਕਰ ਦਿੱਤੀ ਗਈ ਸੀ। ਹਰਿਆਣੇ ਉੱਪਰ ਅਧਿਕਾਰ ਕਰ ਲਿਆ ਗਿਆ ਸੀ ਤੇ ਸਕਿਨਰਜ਼ ਘੋੜਸਵਾਰ ਦਸਤੇ ਨੂੰ ਰੇਗਿਸਤਾਨੀ ਇਲਾਕੇ ਦੀ ਗਸ਼ਤ ਲਾਉਣ ਲਈ ਤੇ ਹੋਰ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ ਸੀ। ਫਰਾਂਸੀਸੀ ਰੂਸੀ ਹਮਲਾ ਰੋਕਣ ਲਈ ਥਾਂ-ਥਾਂ ਤੇ ਰੋਕਾਂ ਤੇ ਚੌਕੀਆਂ ਦਾ ਇੱਕ ਵੱਡਾ ਸਿਲਸਿਲਾ ਕਾਇਮ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਰੁਕਾਵਟਾਂ ਈਰਾਨ, ਅਫਗਾਨਿਸਤਾਨ, ਸਿੰਧ ਤੇ ਪੰਜਾਬ ਵਿੱਚ ਪਾਈਆਂ ਜਾਣੀਆਂ ਸਨ। 4 ਰਾਜਦੂਤੀ ਮੰਡਲ ਭੇਜੇ ਜਾਣੇ ਸਨ। ਮੈਲਕਮ ਨੂੰ ਈਰਾਨ, ਇਲਫਿਨਸਟੋਨ ਨੂੰ ਕਾਬਲ, ਸੈਟਲ ਨੂੰ ਸਿੰਧ ਤੇ ਮੈਟਕਾਫ ਨੂੰ ਲਾਹੌਰ ਦਰਬਾਰ ਨਾਲ ਗੱਲਬਾਤ ਲਈ ਚੁਣ ਕੇ ਭੇਜਿਆ ਗਿਆ। ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਦੇ ਮੁਖੀਆਂ ਨੂੰ ਪਤਾ ਲੱਗ ਗਿਆ ਕਿ ਅੰਗਰੇਜ਼ ਉਹਨਾਂ ਵਿੱਚ ਦਿਲਚਸਪੀ ਲੈਂਦੇ ਹਨ। ਉਹ ਅਗਲੀ ਵਿਉਂਤ ਲਈ ਸਮਾਣਾ ਵਿੱਚ ਇਕੱਠੇ ਹੋਏ। ਉੱਥੇ ਇਹ ਵਿਚਾਰ ਉੱਭਰਿਆ ਕਿ ਅੰਗਰੇਜ਼ ਪਹਿਲਾਂ ਹੀ ਜਮਨਾ ਕਿਨਾਰੇ ਪਹੁੰਚ ਗਏ ਹਨ ਤੇ ਹਰ ਹਾਲਤ ਵਿੱਚ ਉਹ ਹੋਰ ਅੱਗੇ ਵਧਣਗੇ। ਇਹ ਵੀ ਸਪਸ਼ਟ ਹੈ ਕਿ ਉਹ ਦਰਬਾਰ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਨ ਤੇ ਉਹ ਘੱਟੋ-ਘੱਟ ਉਹ ਸਿੱਖ ਮੁਖੀਆਂ ਦੀ ਨਿੱਜੀ ਸੁਰੱਖਿਆ ਤੇ ਅਧਿਕਾਰਾਂ ਦੇ ਜ਼ਾਮਨ ਤਾਂ ਬਣਨਗੇ, ਪਰ ਦਰਬਾਰ ਤਾਂ ਉਹਨਾਂ ਦੀ ਰਾਜਸੀ ਹੈਸੀਅਤ ਖਤਮ ਕਰਕੇ ਉਹਨਾਂ ਦੇ ਇਲਾਕੇ ਪੰਜਾਬ ਰਾਜ ਵਿੱਚ ਮਿਲਾ ਲਵੇਗਾ। ਇੱਕ ਸਤਿਕਾਰਿਤ ਬਜ਼ੁਰਗ ਨੇ ਆਪਣੇ ਵਿਚਾਰ ਇਸ ਤਰ੍ਹਾਂ ਦਿੱਤੇ। ਸਾਡੀ ਆਜ਼ਾਦ ਹਸਤੀ ਥੋੜੇ ਚਿਰ ਲਈ ਹੈ। ਰਣਜੀਤ ਸਿੰਘ ਤੇ ਅੰਗਰੇਜ਼ ਦੋਵੇਂ ਧਿਰਾਂ ਹੀ ਸਾਨੂੰ ਹੜੱਪ ਕਰ ਜਾਣਾ ਚਾਹੁੰਦੀਆਂ ਹਨ, ਪਰ ਜਿਹੜੇ ਬਰਤਾਨਵੀ ਸੁਰੱਖਿਆ ਤਪਦਿਕ ਦੀ ਬਿਮਾਰੀ ਵਾਂਗ ਸਾਨੂੰ ਹੌਲੀ-ਹੌਲੀ ਖਤਮ ਕਰਨਗੇ, ਉੱਥੇ ਰਣਜੀਤ ਸਿੰਘ ਦਾ ਹਮਲਾ ਅਧਰੰਗ ਦੇ ਹਮਲੇ ਵਾਂਗ ਹੈ ਜੋ ਸਾਨੂੰ ਕੁਝ ਘੰਟਿਆਂ ਵਿੱਚ ਹੀ ਮਾਰ ਮੁਕਾਵੇਗਾ। ਭਾਗ ਸਿੰਘ ਜੀਂਦ, ਲਾਲ ਸਿੰਘ ਕੈਂਥਲ, ਭਗਵਾਨ ਸਿੰਘ ਜਗਾਦਰੀ ਤੇ ਪਟਿਆਲਾ ਤੇ ਨਾਭੇ ਦੇ ਵਕੀਲਾਂ ਉੱਪਰ ਆਧਾਰਿਤ ਇੱਕ ਸ੍ਰਿਸ਼ਟ ਪ੍ਰਤੀਨਿਧ ਮੰਡਲ ਦਿੱਲੀ ਵਿੱਚ ਰੈਜੀਡੈਂਟਾਂ ਨੂੰ ਮਿਲਿਆ ਤੇ ਉਸ ਨੂੰ ਇੱਕ ਲੰਮਾ ਯਾਦ ਪੱਤਰ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਮਰਹੱਟਾ ਤੇ ਮੁਗਲਾਂ ਦੇ ਸਥਾਨ ਤੇ ਅੰਗਰੇਜ਼ਾਂ ਦੇ ਆਉਣ ਨਾਲ ਉਹ ਅੰਗਰੇਜ਼ਾਂ ਨੂੰ ਆਪਣਾ ਸਰਵਉੱਚ ਹਾਕਮ ਮੰਨਦੇ ਹਨ ਤੇ ਉਮੀਦ ਕਰਦੇ ਹਨ ਕਿ ਉਹ ਰਣਜੀਤ ਸਿੰਘ ਤੋਂ ਬਚਾਉਣ ਲਈ ਉਹਨਾਂ ਦੀ ਰੱਖਿਆ ਕਰਨਗੇ। ਰੈਜੀਡੈਂਟ ਨੇ ਉਹ ਯਾਦ ਪੱਤਰ ਬਿਨਾਂ ਕੋਈ ਵਚਨ ਦਿੱਤੇ ਗਵਰਨਰ ਜਨਰਲ ਨੂੰ ਭੇਜ ਦਿੱਤਾ, ਕਿਉਂਕਿ ਕੰਪਨੀ ਦੀ ਨੀਤੀ ਉਸ ਸਮੇਂ ਜਮਨਾ ਤੋਂ ਅੱਗੇ ਵਧਣ ਦੀ ਨਹੀਂ ਸੀ। ਇਸ ਲਈ ਉਸ ਨੇ ਪ੍ਰਤੀਨਿਧਤਾ ਨੂੰ ਸਰਕਾਰੀ ਪੱਧਰ ਤੇ ਅਣਗੌਲਿਆ ਕਰ ਦਿੱਤਾ। ਮਹਾਰਾਜੇ ਨੇ ਮਲਵਈ ਸਰਦਾਰਾਂ ਨੂੰ ਅੰਮ੍ਰਿਤਸਰ ਬੁਲਾਇਆ। ਉਸ ਨੇ ਉਹਨਾਂ ਨੂੰ ਰਸਮੀ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਉਸ ਦਾ ਉਹਨਾਂ ਦੀਆਂ ਰਿਆਸਤਾਂ ਆਪਣੇ ਰਾਜ ਵਿੱਚ ਸ਼ਾਮਿਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਤੇ ਉਹਨਾਂ ਨੂੰ ਦਰਬਾਰ ਦੇ ਬਰਾਬਰ ਦੇ ਭਾਈਵਾਲ ਬਣਨ ਦਾ ਸੱਦਾ ਪੱਤਰ ਦਿੱਤਾ। ਮੁਖੀਆਂ ਨੇ ਆਪਣੀ ਕਿਸਮਤ ਨੂੰ ਦੇਸ਼ ਵਾਸੀਆਂ ਨਾਲ ਜੋੜਨ ਲਈ ਸਹਿਮਤੀ ਪ੍ਰਗਟ ਕੀਤੀ। ਉਹਨਾਂ ਨੂੰ ਸ਼ੇਰ ਤੇ ਬਘਿਆੜ ਵਿੱਚੋਂ ਵਧੇਰੇ ਤਾਕਤਵਰ ਨੂੰ ਤਾਂ ਚੁਣਨਾ ਹੀ ਪੈਣਾ ਸੀ। ਇਸ ਸਮੇਂ ਮੈਟਕਾਫ ਰੰਗਮੰਚ ਤੇ ਆ ਕੇ ਹਾਜ਼ਰ ਹੋਇਆ। ਭਾਵੇਂ ਮੈਟਕਾਫ ਦਾ ਉਦੇਸ਼ ਫਰਾਂਸੀਸੀ ਹਮਲੇ ਦੀ ਸੂਰਤ ਵਿੱਚ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦੀ ਹਿਮਾਇਤ ਲਈ ਤਿਆਰ ਕਰਨਾ ਸੀ, ਪਰ ਕਈ ਅਜਿਹੇ ਹੋਰ ਕਾਰਨ ਵੀ ਸਨ ਜਿਨ੍ਹਾਂ ਨੇ ਦਰਬਾਰ ਵਿੱਚ ਉਸ ਦੇ ਮਨੋਰਥਾਂ ਬਾਰੇ ਸੰਦੇਹ ਪੈਦਾ ਕਰ ਦਿੱਤਾ। ਫਰਾਂਸ ਬਹੁਤ ਦੂਰ ਸੀ ਤੇ ਹਿੰਦੁਸਤਾਨ ਉੱਪਰ ਹਮਲੇ ਦੀ ਕੋਈ ਵਾਸਤਵਿਕ
योजना भी नहीं सी। फ्रांसीसी सरकार ने रणजीत सिंह नाल संपर्क करन दी कोशिश नहीं कीती ते ना ही उस नूं सिंधियां जां अफगानां नाल अजिहे संपर्क दा ग्यान सी। दूसरे पासे अंग्रेज अपना दूत अफगानां कोल गठजोड़ कायम करन लई भेजदे रहे सन, ਜਿਹੜੇ पंजाबियां ते खास करके सिखां दे पक्के तौर ते वैरी रहे सन। ਉਹ ਸਿੰਧ ਦੇ ਅਮੀਰਾਂ ਵੱਲੋਂ ਵੀ अपना दूत भेजते रहे, जदों कि दरबार समुंदर वल अपने इलाके का विस्तार करन दा विचार कर रहा सी। मैटकाफ ने गवर्नर जनरल वल्लों भेजियां गईयां हदायतां विचों यह स्पष्ट सी कि उस दी सरकार मालवे दे सिख मुखियां उपर अपना कोई हक नहीं समझदी सी। उसने साफ साफ कह दिता सी कि अंग्रेज दरबार दियां मालवा बारे योजनावां विच दखल अंदाजी नहीं करनगे, क्योंकि इस तरह करन नाल उन्हां रियासतां दी सुरक्षा दी जिम्मेवारी आ कारण ही रक्षात्मक संधि करन नाल अंग्रेजां दी बन जाएगी। फिर भी गवर्नर जनरल चाहुंदा सी कि मैटकाफ मालवे दी वरतों एक मोहरे दे तौर ते करे। उसने मैटकाफ नूं हिदायत कीती कि ओह रणजीत दे उक्त रियासतां बारे विरोधी मनसूबिਆਂ नाल सहमति देण तों बचे ते जदों तक यह पता ना लग जावे कि बरतानवी सरकार की सुरक्षा लई रणजीत सिंह नाल अपने हितां नूं जोड़ना कितना उपयोगी है, उदों तक यह फैसला कर लेना औखा है कि उस मनोरथ की प्राप्ति लई कितनी कुर्बानी देनी उचित है। मैटकाफ ने मालवे के मुखिया नाल पटियाले मुलाकात की। साहिब सिंह ने बड़े नाटकी अंदाज नाल अंग्रेजां नूं किले दीयां चाबियां पेश करदियां पटियाले नूं इस दे बदले संकेतात्मक रूप विच अंग्रेजी सुरक्षा देण लई प्रार्थना की। मैटकाफ ने लिखिया कि यह रस्म असलों ही बेलोड़ी सी। फिर भी उसने साहिब सिंह नूं यह भरोसा देण दा यतन कीता कि बरतानवी सरकार दे उस प्रति अत्यंत मैत्री भरपूर जज्बात हन। मुखिया ने दरबार ते अंग्रेजां दोहां नूं एक दूसरे विरुद्ध वरतन दी चाल खेडनी शुरू कर दित्ती। उन्होंने रणजीत सिंह नूं दस्सिया कि अंग्रेज दरबार दे इलाके नूं अपने राज विच मिलाउणा चाहुंदे हन। उधर उन्होंने मैटकाफ नूं दस्सिया कि दरबार अंग्रेजां नाल लड़ाई करन लई फौजां इकट्ठियां कर रहा सी। 27 साला नौजवान सिखे महाराजे ते उस तों भी वधेरे जवान 23 साला राजदूत की पहली मुलाकात कसूर नेड़े खेमकਰਨ विच 12 सितंबर 1808 नूं होई। कुछ दिनों पिछों अंग्रेजां ने दरबार नूं सूचित किया कि फ्रांसीसी जो ईरान विच पैर जमाउण दी कोशिश कर रहे सन, उन्हां दे काबल ते पंजाब प्रति भी भैड़े मनसूबे हन ते इस तरह इस पासे दे सारे राजां दे हितां लई ते दुश्मनां दी सेना दे खतरे लई स्वै रखिया लई ओह इकट्ठे हो जाण। दरबार ने फ्रांसीसी हमले विरुद्ध सांझी सुरक्षा दी तजवीज़ नाल सहमति प्रगट करन दे नाल-नाल ਇਹ ਸੁਝਾਅ भी दिता कि ਉਹ ਦੋਹਾਂ ਰਾਜਾਂ ਦੇ ਪੱਕੇ ਸਬੰਧ ਤੇ ਤਾਲਮੇਲ ਵੀ ਸਥਾਪਿਤ ਕਰਨ ਤੇ ਮੁਲਕ ਵਿੱਚ ਅੰਗਰੇਜ਼ੀ ਸਰਕਾਰ ਤੇ ਰਾਜੇ ਵਿਚਕਾਰ ਉਤਪੰਨ ਹੋ ਰਹੇ ਝਗੜਿਆਂ ਦੀਆਂ ਅਫਵਾਹਾਂ ਦਾ ਅੰਤ ਕਰ ਦੇਣ। ਮਹਾਰਾਜੇ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਅੰਗਰੇਜ਼ ਮਾਲਵੇ ਦੇ ਰਾਜਾਂ ਉੱਪਰ ਉਹਦੀ ਪ੍ਰਭੂਤਾ ਪ੍ਰਵਾਨ ਕਰ ਲੈਣ। ਮੈਟਕਾਫ ਇਸ ਵਿਚਾਰ ਬਾਰੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਉਸ ਦਾ ਸਾਕ संबंध एक पासड़ हित नाल सी। जदों उस नूं जो आदेश मिलिया ओह दुवली हितां दे मामलिਆਂ ते विचार करन बारे सी। फकीर ने स्पष्ट कर दिता कि सांझी सीमा बारे समझौता भी सांझे गठजोड़ वांग ही दुवली हितां जिन्ना जरूरी सी। मैटकाफ उस समय तक गोल मटोल ते टाल मटोल करन दीयां गल्लां करदा रहा ते महाराजे दे सबर दा प्याला छलक पिया। उसने अपना डेरा समाप्त करके कूच कर दिता ते राजदूत नूं कहा कि जे उसकी इच्छा है तां उसदे पिछे पिछे आ जावे। रणजीत सिंह ने सतलुज पार किया ते फरीदकोट वल वधिया। भावें फरीदकोट ना मात्र ही पटियाले दे अधीन सी, पर उस रियासत ने पटियाले विरुद्ध बगावत कर दिती ते रणजीत सिंह क्योंकि पटियाले दा भी सर्वोच्च हाकम सी, इसलिए फरीदकोट की बगावत दबाउणी उहदी जरूरत ते मजबूरी सी। फरीदकोट ने कोई विरोध ना किया
ਮੈਟਕਾਫ ਵੀ ਫਰੀਦਕੋਟ ਪਹੁੰਚ ਗਿਆ ਤੇ ਉਸਨੇ ਮਹਾਰਾਜੇ ਅੱਗੇ ਸੰਧੀ ਦਾ ਖਰੜਾ ਪੇਸ਼ ਕਰ ਦਿੱਤਾ। ਇਸ ਦੀਆਂ 3 ਧਾਰਾਵਾਂ ਸਨ। ਪਹਿਲੀ ਇਹ ਸੀ ਕਿ ਫਰਾਂਸੀਸੀ ਹਮਲੇ ਦੀ ਸੂਰਤ ਵਿੱਚ ਦੋਹਾਂ ਧਿਰਾਂ ਨੇ ਫਰਾਂਸੀਸੀਆਂ ਵਿਰੁੱਧ ਸਾਂਝੀ ਕਾਰਵਾਈ ਕਰਨੀ ਸੀ। ਦੂਸਰਾ, ਦਰਬਾਰ ਨੇ ਬਰਤਾਨਵੀ ਸੈਨਾ ਨੂੰ ਆਪਣੇ ਮੁਲਕ ਵਿੱਚੋਂ ਲਾਂਘਾ ਦੇਣਾ ਸੀ। ਤੇ ਤੀਸਰਾ, ਪੰਜਾਬ ਵਿੱਚ ਫੌਜੀ ਛਾਉਣੀ ਤੇ ਨਿਗਰਾਨੀ ਚੌਕੀ ਦੀ ਸਥਾਪਨਾ ਕਰਨੀ ਸੀ ਜੇਕਰ ਲੜਾਈ ਸਿੰਧ ਤੋਂ ਪਾਰ ਹੋਵੇ। ਦਰਬਾਰ ਨੇ ਆਪਣੇ ਵੱਲੋਂ ਮੋੜਵੀਆਂ ਤਜਵੀਜ਼ਾਂ ਮੈਟਕਾਫ ਨੂੰ ਪੇਸ਼ ਕੀਤੀਆਂ। ਇਸ ਦੀਆਂ ਵੀ 3 ਹੀ ਧਾਰਾਵਾਂ ਸਨ। ਪਹਿਲੀ ਇਹ ਸੀ ਕਿ ਅੰਗਰੇਜ਼ ਤੇ ਦਰਬਾਰ ਇੱਕ ਦੂਸਰੇ ਨੂੰ ਵੱਧ ਤੋਂ ਵੱਧ ਮੁਲਾਜ਼ੇਦਾਰ ਤਾਕਤ ਸਮਝਣਗੇ। ਅਫਗਾਨਾਂ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਅੰਗਰੇਜ਼ ਬਹਾਵਲਪੁਰ ਤੇ ਮੁਲਤਾਨ ਦੇ ਹਾਕਮਾਂ ਨਾਲ ਗੱਠਜੋੜ ਕਰਨਗੇ। ਦੂਸਰੀ ਇਹ ਸੀ ਕਿ ਸਾਰੀ ਸਿੱਖ ਕੌਮ ਉੱਪਰ ਰਣਜੀਤ ਸਿੰਘ ਦੀ ਸਰਦਾਰੀ ਪ੍ਰਵਾਨ ਕੀਤੀ ਜਾਵੇਗੀ ਤੇ ਅੰਗਰੇਜ਼ ਕਿਸੇ ਅਸੰਤੁਸ਼ਟੀ ਜਾਂ ਵਿਦਰੋਹੀ ਸਰਦਾਰ ਨੂੰ ਮੂੰਹ ਨਹੀਂ ਲਾਉਣਗੇ ਤੇ ਖਾਲਸਾ ਜੀ ਦੇ ਦਸਤੂਰ ਰਸਮਾਂ ਰਿਵਾਜਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ। ਤੀਸਰਾ ਕਿ ਇਹ ਗੱਠਜੋੜ ਸਥਾਈ ਹੋਵੇਗਾ। ਮੈਟਕਾਫ ਨੇ ਮੋੜਵੀਆਂ ਤਜਵੀਜ਼ਾਂ ਗਵਰਨਰ ਜਨਰਲ ਨੂੰ ਭੇਜੀਆਂ। ਇੱਕ ਪੰਦਰਵਾੜਾ ਫਰੀਦਕੋਟ ਵਿੱਚ ਬਤੀਤ ਕਰਕੇ ਮਹਾਰਾਜੇ ਨੇ ਮਲੇਰਕੋਟਲੇ ਵੱਲ ਕੂਚ ਕੀਤਾ। ਮੈਟਕਾਫ ਵੀ ਉਸ ਦੇ ਪਿੱਛੇ ਚਲਾ ਗਿਆ। ਮਲੇਰਕੋਟਲਾ ਦੇ ਅਫਗਾਨ ਹਾਕਮ ਨੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕਰ ਲਈ। ਮਲੇਰਕੋਟਲੇ ਤੋਂ ਮਹਾਰਾਜਾ ਰਣਜੀਤ ਸਿੰਘ ਅੰਬਾਲੇ ਤੇ ਫਿਰ ਸ਼ਾਹਬਾਦ ਪਹੁੰਚਿਆ। ਮਹਾਰਾਜੇ ਨੇ ਆਪਣੀ ਵਿਜਯੀ ਯਾਤਰਾ ਉਸ ਇਲਾਕੇ ਵਿੱਚ ਜਾਰੀ ਰੱਖੀ ਤੇ ਉਹ ਜਿੱਥੇ ਵੀ ਗਿਆ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਪਟਿਆਲੇ ਵਿੱਚ ਡਰੇ ਹੋਏ ਸਾਹਿਬ ਸਿੰਘ ਨੇ ਵੀ ਮਾਫੀ ਲਈ ਬੇਨਤੀ ਕੀਤੀ। ਰਣਜੀਤ ਸਿੰਘ ਨੇ ਉਹਦੇ ਪਹਿਲੇ ਵਤੀਰੇ ਨੂੰ ਅਣਗੌਲਿਆਂ ਕਰਕੇ ਉਸ ਨੂੰ ਜੱਫੀ ਵਿੱਚ ਲੈ ਲਿਆ ਤੇ ਉਸ ਨਾਲ ਪੱਗ ਵੀ ਵਟਾ ਲਈ। ਇਸ ਤਰ੍ਹਾਂ ਮਹਾਰਾਜੇ ਨੇ ਸਪਸ਼ਟ ਸਬੂਤ ਦੇ ਦਿੱਤਾ, ਜੇਕਰ ਕਿਸੇ ਸਬੂਤ ਦੀ ਲੋੜ ਸੀ, ਕਿ ਜਮਨਾ ਤੇ ਸਤਲੁਜ ਦਾ ਵਿਚਕਾਰਲਾ ਮੁਲਕ ਉਸ ਦੇ ਅਧੀਨ ਸੀ ਤੇ ਉਸ ਇਲਾਕੇ ਦੇ ਲਗਭਗ ਸਾਰੇ ਸਰਦਾਰ ਉਸ ਨੂੰ ਆਪਣਾ ਮਾਲਕ ਸਮਝਦੇ ਸਨ। ਪਰ ਹੁਣ ਬਰਤਾਨਵੀ ਹਾਕਮ ਨੇ ਜਮਨਾ ਤੇ ਸਤਲੁਜ ਦੇ ਵਿਚਕਾਰਲੇ ਦੁਆਬੇ ਨੂੰ ਆਪਣੀ ਸੁਰੱਖਿਆ ਅਧੀਨ ਲੈਣ ਦਾ ਫੈਸਲਾ ਕਰ ਲਿਆ ਤੇ ਇਸ ਸਬੰਧ ਵਿੱਚ ਫੌਜਾਂ ਅੱਗੇ ਵਧਾਉਣ ਲੱਗੇ। ਮੈਟਕਾਫ ਨੂੰ ਹਦਾਇਤ ਕੀਤੀ ਗਈ ਕਿ ਭਾਵੇਂ ਹੁਣ ਦਰਬਾਰ ਨਾਲ ਗੱਠਜੋੜ ਦੀ ਕੋਈ ਜ਼ਰੂਰਤ ਨਹੀਂ, ਪਰ ਉਹ ਉਸ ਸਮੇਂ ਤੱਕ ਗੱਲਬਾਤ ਲਮਕਾਈ ਰੱਖੇ ਜਦ ਤੱਕ ਅਖਤਰ ਲੋਨੀ ਫੌਜਾਂ ਇਕੱਠੀਆਂ ਕਰਕੇ ਲੜਾਈ ਲਈ ਤਿਆਰ ਹੋ ਕੇ ਪਹੁੰਚ ਨਹੀਂ ਜਾਂਦਾ। ਖੁਸ਼ਕਿਸਮਤੀ ਨਾਲ ਮਹਾਰਾਜਾ ਆਪਣੇ ਨਾਲ ਹੋਏ ਉਸ ਧੋਖੇ ਤੋਂ ਅਣਜਾਣ ਸੀ ਜੋ ਗਵਰਨਰ ਜਨਰਲ ਲਾਰਡ ਮਿੰਟੋ ਉਸ ਨਾਲ ਕਰਨ ਲਈ ਸੋਚੀ ਬੈਠਾ ਸੀ। ਉਹ ਮਾਲਵੇ ਦੇ ਦੌਰੇ ਤੋਂ ਅੰਮ੍ਰਿਤਸਰ ਵੱਲ ਵਾਪਸ ਪਹੁੰਚ ਗਿਆ, ਜਿੱਥੇ ਲੋਕਾਂ ਨੇ ਉਸ ਦਾ ਇੱਕ ਯੋਧੇ ਵਾਂਗ ਸਵਾਗਤ ਕੀਤਾ, ਖੁਸ਼ੀ ਵਿੱਚ ਗੀਤ ਗਾਏ ਤੇ ਫੁੱਲਾਂ ਦੀ ਵਰਖਾ ਕੀਤੀ। ਕਈ ਰਾਤ ਬਾਜ਼ਾਰਾਂ ਤੇ ਮੰਦਰਾਂ ਵਿੱਚ ਰੌਸ਼ਨੀ ਕੀਤੀ ਜਾਂਦੀ ਰਹੀ। ਮਹਾਰਾਜਾ ਤੇ ਉਹਦੀ ਪਰਜਾ ਖੁਸ਼ੀਆਂ ਵਿੱਚ ਗਲਤਾਨ ਰਹੇ। ਮੈਟਕਾਫ 10 ਦਸੰਬਰ 1808 ਨੂੰ ਗਵਰਨਰ ਜਨਰਲ ਵਜੋਂ ਅੰਤਿਮ ਮੰਗ ਤੇ ਚੇਤਾਵਨੀ ਨਾਲ ਲੈਸ ਹੋ ਕੇ ਅੰਮ੍ਰਿਤਸਰ ਪਹੁੰਚਿਆ। ਉਹ ਮਹਾਰਾਜੇ ਦੀਆਂ ਨਾਚ ਪਾਰਟੀਆਂ ਵਿੱਚ ਬੜੇ ਜੋਸ਼ ਨਾਲ ਸ਼ਾਮਿਲ ਹੋਇਆ। ਉਸ ਨੇ ਅਖਤਰ ਲੋਨੀ ਦੀ ਸਥਿਤੀ ਦੀ ਮਜ਼ਬੂਤ ਹੋਣ ਤੱਕ ਤੇ ਬਰਤਾਨਵੀ ਪ੍ਰਤੀਨਿਧਾਂ ਵੱਲੋਂ ਮਾਲਵੇ ਦੇ ਮੁਖੀਆਂ ਨਾਲ ਪੁਨਰ ਸੰਬੰਧ ਸਥਾਪਿਤ ਕਰਨ ਤੱਕ ਉਸ ਦੇ ਸਹਿਕਰਮੀ ਇਲਫਿਨਸਟੋਨ ਦੇ ਕਾਬਲ ਤੋਂ ਆਪਣੇ ਉਦੇਸ਼ ਦੀ ਪ੍ਰਾਪਤੀ ਉਪਰੰਤ ਪੰਜਾਬ ਰਾਹੀਂ ਬਰਤਾਨਵੀ ਇਲਾਕੇ ਵਿੱਚ ਪਹੁੰਚਣ ਤੱਕ ਗੱਲਬਾਤ ਨੂੰ ਲਮਕਾਈ ਰੱਖਣਾ ਸੀ। ਮਹਾਰਾਜੇ ਨੇ ਇਹ ਸੂਚਨਾ ਇਸ ਅਟਲ ਮੰਗ ਨੂੰ ਪੇਸ਼ ਕੀਤੀ ਕਿ ਸਤਲੁਜ ਤੋਂ ਪੂਰਬ ਵੱਲ ਜੋ ਇਲਾਕੇ ਮਹਾਰਾਜੇ ਨੇ ਅੰਗਰੇਜ਼ੀ ਦੂਤ ਮੰਡਲ ਤੋਂ ਪਹਿਲਾਂ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਏ ਸਨ, ਉਸ ਉੱਪਰ ਉਸ ਦਾ ਅਧਿਕਾਰ ਬਹਾਲ ਰੱਖਿਆ ਜਾਵੇ। ਮਹਾਰਾਜੇ ਨੇ ਸਭ ਪਾਰਟੀਆਂ ਤੇ ਜਸ਼ਨ ਬੰਦ ਕਰ ਦਿੱਤੇ ਤੇ ਲਾਹੌਰ ਲਈ ਤੁਰ ਪਿਆ। ਲਾਹੌਰ ਵਿੱਚ ਮੈਟਕਾਫ ਨੇ ਇਹ ਖਬਰ ਦਿੱਤੀ ਕਿ ਬਰਤਾਨਵੀ ਫੌਜ ਸਤਲੁਜ ਵੱਲ ਆ ਰਹੀ ਸੀ। ਦਰਬਾਰ ਦੇ ਸਲਾਹਕਾਰ ਦੁਚਿੱਤੀ ਵਿੱਚ ਸਨ। ਅੰਗਰੇਜ਼ਾਂ ਨਾਲ ਲੜਾਈ ਲੜਨ ਦੇ ਸਮਰਥਕ ਧੜੇ ਦਾ ਮੁਖੀ ਮੋਹਕਮ ਚੰਦ ਸੀ, ਜੋ ਇਸ ਗੱਲ ਦੇ ਹੱਕ ਵਿੱਚ ਸੀ ਕਿ ਬਿਨਾਂ ਲੜਿਆਂ ਹੀ ਹਾਰ ਮੰਨ ਲੈਣ ਨਾਲੋਂ ਲੜਦੇ ਹੋਏ ਮਰਨਾ ਜ਼ਿਆਦਾ ਬਿਹਤਰ ਸੀ। ਉਹਦੇ ਇਸ਼ਾਰੇ ਤੇ ਸਰਦਾਰਾਂ ਨੂੰ ਫੌਜਾਂ ਇਕੱਠੀਆਂ ਕਰਕੇ ਆਉਣ
ਤੇ ਅੰਗਰੇਜ਼ਾਂ ਨੂੰ ਸਤਲੁਜ ਵੱਲ ਵਧਣ ਤੋਂ ਰੋਕਣ ਲਈ ਹੁਕਮ ਦੇ ਦਿੱਤੇ ਗਏ। ਗੋਬਿੰਦਗੜ੍ਹ, ਲਾਹੌਰ ਤੇ ਫਿਲੌਰ ਦੇ ਕਿਲ੍ਹਿਆਂ ਨੂੰ ਮਜ਼ਬੂਤ ਕੀਤਾ ਗਿਆ। ਕੁਝ ਹੀ ਦਿਨਾਂ ਵਿੱਚ ਉਹਦੇ ਹੁਕਮ ਤੇ 1 ਲੱਖ ਫੌਜ ਇਕੱਠੀ ਹੋ ਗਈ, ਪਰ ਇਸ ਵਿਸ਼ਾਲ ਸੈਨਾ ਦੇ ਨਾਲ ਵੀ ਮੋਹਕਮ ਚੰਦ ਕੰਪਨੀ ਦੇ ਸੁਸਿੱਖਿਅਤ ਤੇ ਵੱਡੀ ਪ੍ਰਭਾਵਸ਼ਾਲੀ ਸੈਨਾ ਉੱਪਰ ਜਿੱਤ ਪ੍ਰਾਪਤ ਕਰ ਲੈਣ ਦਾ ਵਿਸ਼ਵਾਸ ਨਾ ਦੁਆ ਸਕਿਆ। ਫਕੀਰ ਅਜ਼ੀਜ਼-ਉਦ-ਦੀਨ ਜਿੱਥੋਂ ਤੱਕ ਸੰਭਵ ਹੋ ਸਕੇ ਸ਼ਾਂਤੀ ਤੇ ਸੰਤੁਸ਼ਟੀ ਦੇ ਹੱਕ ਵਿੱਚ ਸੀ। ਜਿਸ ਤੇਜ਼ੀ ਨਾਲ ਬਰਤਾਨਵੀ ਫੌਜ ਅੱਗੇ ਵਧ ਰਹੀ ਸੀ, ਉਸ ਨੇ ਮਹਾਰਾਜੇ ਨੂੰ ਫਕੀਰ ਦੀ ਸਲਾਹ ਮੰਨਣ ਲਈ ਉਤਸ਼ਾਹਿਤ ਕੀਤਾ। 2 ਜਨਵਰੀ 1809 ਨੂੰ ਅਖਤਰ ਲੋਨੀ ਦਿੱਲੀ ਤੋਂ ਕਰਨਾਲ ਵੱਲ 3 ਪਿਆਦਾ ਪਲਟਨਾਂ, 1 ਘੋੜਸਵਾਰ ਪਲਟਨ ਤੇ ਕੁਝ ਹੋਰ ਤੋਪਾਂ ਲੈ ਕੇ ਤੁਰ ਪਿਆ। ਉਸ ਨੂੰ ਹਦਾਇਤਾਂ ਮਿਲੀਆਂ ਸਨ ਕਿ ਉਹ ਮਹਾਰਾਜੇ ਨੂੰ ਹੁਣ ਜਿੱਤੇ ਇਲਾਕਿਆਂ ਤੋਂ ਆਪਣਾ ਹੱਕ ਛੱਡਣ ਲਈ ਪ੍ਰੇਰਨਾ ਦੇਵੇ। ਰਸਤੇ ਵਿੱਚ ਉਸ ਨੂੰ ਮਾਲਵੇ ਦੀਆਂ ਰਿਆਸਤਾਂ ਦੇ ਮੁਖੀਆਂ ਤੋਂ ਸਹਾਇਤਾ ਲੈਣ ਦੀ ਹਦਾਇਤ ਵੀ ਦਿੱਤੀ ਸੀ। ਜੇ ਉਹਨਾਂ 'ਚੋਂ ਕੋਈ ਰਣਜੀਤ ਸਿੰਘ ਪ੍ਰਤੀ ਹਮਦਰਦੀ ਦਿਖਾਵੇ ਤਾਂ ਉਸ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਉਸ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਉਸ ਨੂੰ ਇਹ ਵੀ ਹਦਾਇਤ ਦਿੱਤੀ ਹੋਈ ਸੀ ਕਿ ਉਹ ਲਾਹੌਰ ਦਰਬਾਰ ਦੇ ਅਸੰਤੁਸ਼ਟ ਤੱਤਾਂ ਨੂੰ ਮਿਲਣ ਦਾ ਕੋਈ ਮੌਕਾ ਨਾ ਖੁੰਝਾਵੇ। ਜਦੋਂ ਅਖਤਰ ਲੋਨੀ ਉੱਤਰ ਵੱਲ ਆ ਰਿਹਾ ਸੀ ਤਾਂ ਮੈਟਕਾਫ ਲੜਾਈ ਝਗੜੇ ਦੀ ਸਥਿਤੀ ਵਿੱਚ ਆਪਣੀ ਸਰਕਾਰ ਉੱਪਰ ਦਰਬਾਰ ਵਿਰੁੱਧ ਵੱਡੀ ਪੱਧਰ ਤੇ ਲੜਾਈ ਛੇੜਨ ਲਈ ਜ਼ੋਰ ਪਾ ਰਿਹਾ ਸੀ। ਖੁਸ਼ਕਿਸਮਤੀ ਨਾਲ ਹਮਲਾ ਕਰਨ ਦੀ ਜ਼ਰੂਰਤ ਨਾ ਪਈ। ਨਪੋਲੀਅਨ ਨੇ ਸਪੇਨ ਤੇ ਹਮਲਾ ਕਰ ਦਿੱਤਾ ਸੀ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਸੀ ਕਿ ਫਰਾਂਸੀਸੀ ਕਈ ਸਾਲਾਂ ਤੱਕ ਭਾਰਤ ਵੱਲ ਆਉਣ ਬਾਰੇ ਸੋਚ ਵੀ ਸਕਣਗੇ। ਇਸ ਅਨੁਸਾਰ ਹੀ ਦਰਬਾਰ ਪ੍ਰਤੀ ਬਰਤਾਨਵੀ ਵਤੀਰੇ ਵਿੱਚ ਤਬਦੀਲੀ ਆ ਗਈ। 30 ਜਨਵਰੀ 1809 ਨੂੰ ਅਖਤਰ ਲੋਨੀ ਨੂੰ ਤਾਜ਼ਾ ਹਦਾਇਤਾਂ ਆ ਗਈਆਂ। ਯੂਰਪ ਵਿੱਚ ਬਦਲੀ ਹੋਈ ਸਥਿਤੀ ਕਾਰਨ ਦਰਬਾਰ ਵਿੱਚ ਜੇ ਲੜਾਈ ਕਰਨ ਦੀ ਸੰਭਾਵਨਾ ਹੋਈ ਵੀ ਤਾਂ ਉਹ ਸਿਰਫ ਸਵੈ ਰੱਖਿਆ ਲਈ ਹੀ ਹੋਵੇਗੀ ਤੇ ਸਤਲੁਜ ਤੇ ਫੌਜੀ ਛਾਉਣੀ ਵੀ ਕੇਵਲ ਪੰਜਾਬੀਆਂ ਨੂੰ ਰੋਕਣ ਲਈ ਹੀ ਸੀ ਜੇਕਰ ਉਹਨਾਂ ਨੇ ਦਰਿਆ ਪਾਰ ਕਰਨ ਦੀ ਕੋਈ ਕੋਸ਼ਿਸ਼ ਕੀਤੀ। ਅਖਤਰ ਲੋਨੀ ਨੇ ਅੱਗੇ ਵਧਣਾ ਜਾਰੀ ਰੱਖਿਆ। ਪਟਿਆਲਾ ਵਿੱਚ ਮੰਦਬੁੱਧੀ ਸਾਹਿਬ ਸਿੰਘ ਨੇ ਮੂਰਖਾਂ ਵਾਂਗ ਖੁਸ਼ ਹੋ ਕੇ ਉਸ ਦਾ ਸਵਾਗਤ ਕੀਤਾ। ਨਾਭੇ ਨੇ ਕੁਝ ਘੱਟ ਉਤਸ਼ਾਹ ਤੇ ਖੁਸ਼ੀ ਦਿਖਾਈ ਕਿਉਂਕਿ ਉਸ ਉੱਪਰ ਰਣਜੀਤ ਦੇ ਬੜੇ ਅਹਿਸਾਨ ਸਨ। ਇਸ ਤਰ੍ਹਾਂ ਹੀ ਜੀਂਦ ਦੇ ਭਾਗ ਸਿੰਘ ਨੇ ਕੀਤਾ, ਜਿਸ ਨੂੰ ਉਸ ਦੇ ਭਾਣਜੇ ਭਾਗ ਸਿੰਘ ਨੇ ਲੁਧਿਆਣਾ ਦੇ ਦਿੱਤਾ ਸੀ ਤੇ ਉਹ ਉਸ ਨਾਲ ਵਟਾਉਣਾ ਚਾਹੁੰਦਾ ਸੀ ਜੋ ਅੰਗਰੇਜ਼ਾਂ ਨੇ ਉਹ ਹਰਿਆਣਾ, ਕਰਨਾਲ ਤੇ ਪਾਣੀਪਤ ਦੇ ਕੇ ਲਿਆ ਸੀ। ਮਲੇਰਕੋਟਲਾ ਦੇ ਨਵਾਬ ਨੂੰ ਉਹਦੀ ਰਿਆਸਤ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ ਸੀ। 9 ਫਰਵਰੀ ਨੂੰ ਅਖਤਰ ਲੋਨੀ ਨੇ ਰਸਮੀ ਤੌਰ ਤੇ ਬਰਤਾਨਵੀ ਸਰਕਾਰ ਦੀ ਖੁਸ਼ੀ ਪ੍ਰਗਟ ਕਰਦਿਆਂ ਇਹ ਰਸਮੀ ਐਲਾਨ ਵੀ ਕੀਤਾ ਕਿ ਉਹਨਾਂ ਦਾ ਉਦੇਸ਼ ਮਹਾਰਾਜੇ ਨਾਲ ਮੈਤਰੀ ਸੰਬੰਧ ਪੱਕੇ ਕਰਨਾ ਹੈ ਤਾਂ ਜੋ ਉਸ ਦੇ ਮੁਲਕ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਇਹ ਵੀ ਕਿਹਾ ਕਿ ਅੱਗੇ ਤੋਂ ਮਹਾਰਾਜਾ ਦਰਿਆ ਦੇ ਇਸ ਪਾਰ ਸਿੱਖ ਸਰਦਾਰਾਂ ਦੇ ਇਲਾਕੇ ਵਿੱਚ ਵੀ ਦਾਖਲ ਨਹੀਂ ਹੋਵੇਗਾ। ਜੇ ਮਹਾਰਾਜੇ ਨੇ ਇਸ ਦੀ ਪਾਲਣਾ ਨਾ ਕੀਤੀ ਤਾਂ ਇਸ ਤੋਂ ਸਾਫ਼ ਜ਼ਾਹਿਰ ਹੋਵੇਗਾ ਕਿ ਮਹਾਰਾਜੇ ਨੂੰ ਅੰਗਰੇਜ਼ਾਂ ਦੀ ਮਿੱਤਰਤਾ ਦੀ ਕੋਈ ਪਰਵਾਹ ਨਹੀਂ ਸੀ। ਮਹਾਰਾਜੇ ਨੇ ਆਪਣੇ ਅਪਮਾਨ ਨੂੰ ਸਹਿਣ ਕਰ ਲਿਆ ਤੇ ਉਹ ਸਤਲੁਜ ਨੂੰ ਆਪਣੇ ਪੂਰਬੀ ਸੀਮਾ ਪ੍ਰਵਾਨ ਕਰਨ ਲਈ ਸਹਿਮਤ ਹੋ ਗਿਆ। ਉਹ ਪਹਿਲਾਂ ਹੀ ਅੰਮ੍ਰਿਤਸਰ ਪਹੁੰਚ ਗਿਆ ਜਿੱਥੇ ਸੰਧੀ ਦੀ ਸ਼ਰਤਾਂ ਉੱਪਰ ਵਿਚਾਰ ਕੀਤੀ ਗਈ। ਪਿਛਲੇ 6 ਮਹੀਨਿਆਂ ਵਿੱਚ ਹੋਈ ਗੱਲਬਾਤ ਨੇ ਇਤਨਾ ਤਣਾਅ ਪੈਦਾ ਕਰ ਦਿੱਤਾ ਕਿ ਫੂਲਾ ਸਿੰਘ ਦੇ ਨਿਹੰਗ ਤੇ ਮੈਟਕਾਫ ਦੇ ਮੁਸਲਮਾਨਾਂ ਅੰਗ ਰੱਖਿਅਕਾਂ ਵਿੱਚ ਮਾਮੂਲੀ ਤਕਰਾਰ ਤੇ ਲੜਾਈ ਨੇ ਬਰੂਦਖਾਨੇ ਨੂੰ ਪਲੀਤਾ ਹੀ ਕਰ ਦਿੱਤਾ ਸੀ। ਖੁਸ਼ਕਿਸਮਤੀ ਨਾਲ ਗਵਰਨਰ ਜਨਰਲ ਨੇ ਇਹ ਖਬਰਾਂ ਕਲਕੱਤੇ ਪਹੁੰਚਣ ਤੋਂ ਪਹਿਲਾਂ ਹੀ ਦਰਬਾਰ ਦੇ ਪੇਸ਼ ਕਰਨ ਲਈ ਸੰਧੀ ਦਾ ਖਰੜਾ ਭੇਜ ਦਿੱਤਾ ਸੀ। ਇਸ ਤਰ੍ਹਾਂ ਐਨ ਮੌਕੇ ਤੇ ਜੰਗ ਦਾ ਖਤਰਾ ਟਲ ਗਿਆ। ਖਰੜੇ ਵਿੱਚ ਲਾਹੌਰ ਦਰਬਾਰ ਲਈ ਸਭ ਤੋਂ ਵੱਧ ਮੁਲਾਜ਼ੇਦਾਰੀ ਤੇ ਮੈਂਤਰੀ ਦੇ ਵਿਹਾਰ ਦਾ ਤੇ ਸਥਾਈ ਮਿੱਤਰਤਾ ਦਾ ਵਚਨ ਦਿੱਤਾ ਗਿਆ ਸੀ। ਸਤਲੁਜ ਤੋਂ ਉੱਤਰ ਵਾਲੇ ਸਭ ਇਲਾਕਿਆਂ ਵਿੱਚ ਮਹਾਰਾਜੇ ਦੀ ਪ੍ਰਭੂਤਾ ਸਵੀਕਾਰ ਕੀਤੀ ਗਈ ਤੇ ਮਹਾਰਾਜੇ ਨੂੰ ਇਹ ਰਿਆਇਤ ਦਿੱਤੀ ਗਈ ਕਿ ਸਤਲੁਜ ਦੇ ਦੱਖਣ ਵਿੱਚ ਵੀ ਦਰਿਆ ਦੇ ਪੂਰਬਲੇ ਪਾਸੇ ਆਪਣੇ ਇਲਾਕਿਆਂ ਅਤੇ ਮਿਲਖਾਂ ਦੇ ਪ੍ਰਬੰਧ ਤੇ ਮਾਲੀਆ ਇਕੱਠਾ ਕਰਨ ਲਈ ਫੌਜ ਰੱਖਣ ਦਾ ਅਧਿਕਾਰ ਹੋਵੇਗਾ।
ਦਰਬਾਰ ਦੀਆਂ ਫੌਜਾਂ ਨੇ ਉਹ ਸਾਰੇ ਇਲਾਕੇ ਖਾਲੀ ਕਰ ਦਿੱਤੇ ਜਿਹੜੇ ਉਹਨਾਂ ਨੇ ਪਿਛਲੀ ਮੁਹਿੰਮ ਦੌਰਾਨ 25 ਅਪ੍ਰੈਲ ਨੂੰ ਸੰਧੀ ਤੇ ਦਸਤਖਤ ਹੋਣ ਵਾਲੇ ਦਿਨ ਨੂੰ ਆਪਣੇ ਅਧਿਕਾਰ ਹੇਠ ਲਏ ਸਨ। ਇਸ ਮਗਰੋਂ ਇੱਕ ਹਫ਼ਤਾ ਵਿਦਾਇਗੀ ਪਾਰਟੀਆਂ ਹੁੰਦੀਆਂ ਰਹੀਆਂ ਤੇ ਰਾਜਦੂਤ ਖੁਸ਼ੀ-ਖੁਸ਼ੀ ਪੰਜਾਬ ਤੋਂ ਵਿਦਾ ਹੋ ਗਿਆ। ਸੰਧੀ ਤੇ ਮਗਰੋਂ ਹੋਣ ਵਾਲੇ ਜਸ਼ਨਾਂ ਦੇ ਬਾਵਜੂਦ ਦੋਹਾਂ ਧਿਰਾਂ ਵਿੱਚ ਕਾਫੀ ਸਮਾਂ ਮੰਦ ਭਾਵਨਾ ਜਾਰੀ ਰਹੀ। ਦਰਬਾਰ ਵਿੱਚ ਮੋਹਕਮ ਚੰਦ ਤੇ ਅਕਾਲੀ ਫੂਲਾ ਸਿੰਘ ਵਰਗੇ ਲੋਕ ਵੀ ਸਨ ਜੋ ਕਰੋ ਜਾਂ ਮਰੋ ਵਾਲੀ ਨੀਤੀ ਦੇ ਸਮਰਥਕ ਸਨ ਤੇ ਚਾਹੁੰਦੇ ਸਨ ਕਿ ਮਹਾਰਾਜਾ ਸੰਧੀ ਨੂੰ ਪਾੜ ਦੇਵੇ ਤੇ ਲੜਾਈ ਲੜੇ। ਮਰਹੱਟਿਆਂ ਰੋਹੇਲਿਆਂ ਤੇ ਬੇਗਮ ਸਮਰੂ ਨਾਲ ਸੰਪਰਕ ਕੀਤਾ ਗਿਆ ਤੇ ਸਾਰੇ ਭਾਰਤ ਵਿੱਚ ਇਹ ਅਫਵਾਹ ਫੈਲ ਗਈ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਸਿੱਖ ਮਰਹੱਟਾ ਗੱਠਜੋੜ ਹੋਣ ਵਾਲਾ ਸੀ। ਅੰਗਰੇਜ਼ ਵੀ ਇਹਨਾਂ ਅਫਵਾਹਾਂ ਤੋਂ ਚਿੰਤਿਤ ਸਨ ਤੇ ਉਹ ਵੀ ਫੌਜੀ ਟੁਕੜੀ ਲੈ ਕੇ ਹਾਂਸੀ ਵੱਲ ਤੁਰ ਪਏ ਤਾਂ ਜੋ ਸਿੰਧੀਆਂ ਜਾਂ ਹੁਲਕਰ ਤੇ ਮਹਾਰਾਜੇ ਦੀਆਂ ਸੈਨਾਵਾਂ ਦੇ ਸੰਗਮ ਨੂੰ ਰੋਕਿਆ ਜਾ ਸਕੇ। ਮਹਾਰਾਜਾ ਸ਼ਾਂਤ ਰਿਹਾ। ਉਹ ਮੋਹਕਮ ਚੰਦ ਦੇ ਵਿਚਾਰ ਸੁਣਦਾ ਰਿਹਾ ਜਿਸ ਪ੍ਰਤੀ ਉਸ ਦੇ ਮਨ ਵਿੱਚ ਬੜੀ ਸ਼ਰਧਾ ਤੇ ਪ੍ਰਸ਼ੰਸਾ ਸੀ, ਪਰ ਉਸ ਨੇ ਮਰਹੱਟਿਆਂ ਵੱਲੋਂ ਸਹਾਇਤਾ ਦੇਣ ਦੇ ਦਾਅਵਿਆਂ ਤੇ ਕੋਈ ਵਿਸ਼ਵਾਸ ਨਾ ਕੀਤਾ। ਉਸ ਨੇ ਆਪਣੇ ਦਰਬਾਰੀਆਂ ਨੂੰ ਕਿਹਾ, ਮਰਹੱਟਿਆਂ ਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ, ਫਿਰ ਮੈਂ ਉਹਨਾਂ ਦਾ ਸਮਰਥਨ ਕਰਾਂਗਾ। ਮਰਹੱਟਿਆਂ ਨੇ ਕੋਈ ਕਾਰਵਾਈ ਪਹਿਲਾਂ ਤਾਂ ਨਾ ਕੀਤੀ ਤੇ ਨਾ ਹੀ ਉਹਨਾਂ ਮਗਰੋਂ ਹੀ ਸਹਾਇਤਾ ਕਰਨੀ ਸੀ ਜੇਕਰ ਕਿਸਮਤ ਪੰਜਾਬੀਆਂ ਦਾ ਸਾਥ ਨਾ ਦਿੰਦੀ। ਜਿਉਂ-ਜਿਉਂ ਮਹੀਨੇ ਲੰਘਦੇ ਗਏ ਅਫਵਾਹਾਂ ਖਤਮ ਹੁੰਦੀਆਂ ਗਈਆਂ, ਸ਼ੱਕ ਦੇ ਬੱਦਲ ਫਟ ਗਏ ਤੇ ਦਰਬਾਰ ਤੇ ਅੰਗਰੇਜ਼ਾਂ ਦੇ ਸਬੰਧ ਪਹਿਲਾਂ ਵਾਂਗ ਸਧਾਰਨ ਤੇ ਫਿਰ ਦੋਸਤਾਨਾ ਹੋ ਗਏ। ਜੂਨ ਦੇ ਮਹੀਨੇ ਤੱਕ ਗਵਰਨਰ ਜਨਰਲ ਮਹਾਰਾਜੇ ਨੂੰ ਦੋਹਾਂ ਧਿਰਾਂ ਦੇ ਸਬੰਧਾਂ ਬਾਰੇ ਆਪਣੀ ਸੰਤੁਸ਼ਟਤਾ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ ਸੀ। ਰਣਜੀਤ ਸਿੰਘ ਨੇ ਬੜੇ ਚਾਅ ਤੇ ਜੋਸ਼ ਨਾਲ ਲਿਖਿਆ, ਆਪਣੇ ਦਿਲ ਤੋਂ ਹੀ ਮੇਰੇ ਦਿਲ ਦੀ ਹਾਲਤ ਪੁੱਛੋ। ਲਾਹੌਰ ਦੀ ਸੰਧੀ ਪੰਜਾਬੀਆਂ ਦੀ ਏਕਤਾ ਦੇ ਸੁਪਨਿਆਂ ਲਈ ਬੜੀ ਦੁਖਦਾਇਕ ਸੱਟ ਸੀ। ਮਾਲਵਾ ਸਦਾ ਲਈ ਮੁਲਕ ਦੇ ਬਾਕੀ ਭਾਗ ਨਾਲੋਂ ਅੱਡਰਾ ਹੋ ਗਿਆ। ਮਲਵਈ ਮੁਖੀ ਪਹਿਲਾਂ ਵਾਂਗ ਹੀ ਆਪਣੀਆਂ ਸਾਜ਼ਿਸ਼ਾਂ ਤੇ ਰੇੜਕਿਆਂ ਦੇ ਮਨਪਸੰਦ ਦਾ ਸ਼ੁਕਲ ਵਿੱਚ ਰੁੱਝ ਗਏ। ਬਰਤਾਨਵੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੂੰ ਦਰਬਾਰ ਵੱਲੋਂ ਨਹੀਂ ਸਗੋਂ ਇੱਕ ਦੂਸਰੇ ਤੋਂ ਸੁਰੱਖਿਆ ਦੀ ਲੋੜ ਸੀ। ਫਲਸਰੂਪ 22 ਅਗਸਤ 1811 ਨੂੰ ਅੰਗਰੇਜ਼ ਸਰਕਾਰ ਨੇ ਇੱਕ ਹੋਰ ਐਲਾਨ ਕਰ ਦਿੱਤਾ ਜਿਸ ਅਨੁਸਾਰ ਉਹਨਾਂ ਦਾ ਮਨੋਰਥ ਉਸ ਸਮਾਜ ਦੀ ਹਾਲਤ ਸੁਧਾਰਨੀ ਹੈ ਜੋ ਮਲਵਈ ਸਰਦਾਰਾਂ ਦੇ ਲੋਭ ਦਾ ਸ਼ਿਕਾਰ ਹੋਈ ਹੈ। ਇਸ ਐਲਾਨਨਾਮੇ ਨੇ ਅੰਗਰੇਜ਼ਾਂ ਨੂੰ ਅਧਿਕਾਰ ਦੇ ਦਿੱਤਾ ਕਿ ਜਦੋਂ ਸਰਦਾਰ ਕਾਨੂੰਨ ਆਪਣੇ ਹੱਥ ਵਿੱਚ ਲੈਣ ਤਾਂ ਉਹ ਦਖਲ ਲੈ ਸਕਦੀ ਹੈ। ਇਸ ਤਰ੍ਹਾਂ ਅੰਗਰੇਜ਼ 2-3 ਸਾਲਾਂ ਦੇ ਅੰਦਰ ਹੀ ਰਾਖਿਆ ਤੋਂ ਪ੍ਰਭੁਤਾ ਦੇ ਮਾਲਕ ਭਾਵ ਸਰਵਉੱਚ ਹਾਕਮ ਬਣ ਗਏ। ਮਾਲਕ ਹਕੀਕੀ ਤੌਰ ਤੇ ਬਰਤਾਨਵੀ ਭਾਰਤ ਦਾ ਹਿੱਸਾ ਹੀ ਰਿਹਾ। ਮਲਵਈ ਸੁਤੰਤਰ ਪੰਜਾਬੀ ਰਾਜ ਦੀਆਂ ਸੈਨਿਕ ਜਿੱਤਾਂ ਦੇ ਕੇਵਲ ਦਰਸ਼ਕ ਬਣ ਕੇ ਹੀ ਰਹਿ ਗਏ ਸਨ। ਪਹਿਲੇ ਪਹਿਲ ਤਾਂ ਇਸ ਸੰਧੀ ਨੇ ਦਰਬਾਰ ਨੂੰ ਪੂਰਬੀ ਸੀਮਾ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤਾ। ਇਸ ਨਾਲ ਦਰਬਾਰ ਨੂੰ ਹੋਰ ਪਾਸੇ ਆਪਣੀਆਂ ਵਿਸਥਾਰ ਦੀਆਂ ਯੋਜਨਾਵਾਂ ਵਿੱਚ ਦਖਲ ਦੇਣ ਦਾ ਕੋਈ ਡਰ ਨਾ ਰਿਹਾ, ਪਰ ਮਗਰੋਂ ਜਾ ਕੇ ਇਹ ਵੀ ਇੱਕ ਭਰਮ ਹੀ ਸਿੱਧ ਹੋਇਆ ਜਦੋਂ ਅੰਗਰੇਜ਼ ਆਪਣੀਆਂ ਹੋਰ ਜਿੱਤਾਂ ਦੀਆਂ ਯੋਜਨਾਵਾਂ ਬਣਾ ਕੇ ਤਿਆਰ ਹੋ ਗਏ ਤਾਂ ਇਸ ਸੰਧੀ ਨੂੰ ਉਹਨਾਂ ਨੇ ਦਰਬਾਰ ਦੀਆਂ ਸਿੰਧ ਉੱਤਰ ਤੇ ਉੱਤਰ ਪੱਛਮ ਵੱਲ ਕਾਰਵਾਈਆਂ ਵਿੱਚ ਰੋਕ ਪਾਉਣ ਲਈ ਵਰਤਿਆ।